ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ। ਕੱਲ ਵਿਚਾਰ ਰਹੇ ਸੀ ਕਿ ਪ੍ਰਭੂ ਜਦੋਂ ਕਿਰਪਾ ਕਰਦਾ ਹੈ, ਗੁਰ ਦਾ ਮਿਲਾਪ ਹੁੰਦਾ ਹੈ, ਭਰਮ ਦੂਰ ਹੋ ਜਾਂਦਾ ਹੈ ਅਤੇ ਸਾਡਾ ਮਨ ਮੰਦਰ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ। ਸ਼ਬਦ ਦਾ ਮੰਦਰ ਮੇਰੇ ਸ਼ਬਦ ਉਜਾਰਾ, ਆਨੰਦ ਵਿਨੋਦੀ ਖਸਮ ਹਮਾਰਾ। ਉਹ ਆਨੰਦ, ਜਿੱਥੇ ਆਨੰਦ ਹੀ ਆਨੰਦ ਹੈ, ਉਹ ਖਸਮ ਪ੍ਰਾਪਤ ਹੋ ਜਾਂਦਾ ਹੈ। ਮਸਤਕ ਭਾਗ ਮੈਂ ਫਿਰ ਕਰ ਪਾਇਆ। ਮਸਤਕ 'ਤੇ ਭਾਗ ਹੁੰਦਾ ਹੈ, ਘਰ ਦੇ ਵਿੱਚ ਹੀ ਮਾਲਕ ਨੂੰ ਪਾਲਿਆ। ਥਿਰ ਸੁਹਾਗ ਨਾਨਕ ਜਨ ਪਾਇਆ। ਮਸਤਕ ਭਾਗ ਮੈਂ ਫਿਰ ਘਰ ਆਇਆ। ਇੱਕ ਉਸ ਘਰ ਦੇ ਵਿੱਚ ਵਾਸਾ ਹੋ ਗਿਆ ਜਿੱਥੇ ਮੇਰਾ ਪਿਆਰਾ ਵਸਦਾ ਹੈ, ਪਤੀ ਵਸਦਾ ਹੈ। ਥਿਰ ਸੁਹਾਗ ਨਾਨਕ ਜਨ ਪਾਇਆ। ਥਿਰ ਸੁਹਾਗ ਹੋ ਗਈ ਕਿਉਂਕਿ ਨਾਨਕ ਜਨ ਨੇ ਪ੍ਰਭੂ ਨੂੰ ਪਾਲਿਆ ਹੈ ਅਤੇ ਜਿਹੜਾ ਕਾਰਜ ਵਾਸਤੇ ਫਿਰ ਇਹ ਜੀਵਨ ਮਿਲਿਆ ਹੈ, ਉਹ ਕਾਰਜ ਪੂਰਾ ਹੋ ਜਾਂਦਾ ਹੈ। ਇੱਦਾਂ ਗੁਰਸਿੱਖਾਂ ਨੇ ਸਾਨੂੰ ਸਮਝਾਇਆ ਹੈ ਕਿ ਫਿਰ ਉਸ ਪ੍ਰਭੂ ਦੇ ਨਾਲ ਕਿਵੇਂ ਸੰਗ ਹੋਇਆ, ਕਿਵੇਂ ਉਸਨੇ ਸਾਨੂੰ ਆਪਣੀ ਸੁਹਾਗਣ ਬਣਾਇਆ, ਕਿਵੇਂ ਕਿਹੜਾ ਮੰਦਰ ਹੈ, ਮਨ ਮੰਦਰ ਹੈ, ਉਸ ਦੇ ਵਿੱਚ ਸ਼ਬਦ ਰੂਪੀ ਗਿਆਨ ਦਾ ਪ੍ਰਕਾਸ਼ ਹੈ, ਗੁਰ ਸ਼ਬਦ ਦਾ। ਅਤੇ ਐਸਾ ਸਾਡਾ ਪਤੀ ਹੈ, ਮਾਲਕ ਹੈ, ਆਨੰਦ ਵਿਨੋਦੀ ਖਸਮ ਹਮਾਰਾ ਖਸਮ ਹੈ। ਮਸਤਕ 'ਤੇ ਭਾਗ ਹੁਣ ਫਿਰ ਮਸਤਕ 'ਤੇ ਪ੍ਰਗਟ ਹੋ ਜਾਂਦਾ ਹੈ, ਆ ਕੇ ਘਰ ਦੇ ਵਿੱਚ ਵਾਸਾ ਹੋ ਜਾਂਦਾ ਹੈ ਅਤੇ ਆਪਣੇ ਜਨ ਦਾ ਸੰਗ ਕਰਾ ਦਿੰਦਾ ਹੈ। ਥਿਰ ਸੁਹਾਗ ਹੋ ਜਾਂਦਾ ਹੈ। ਇਹ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅੱਗੇ ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਬਾਹਰ ਸੂਤ ਸਗਲ ਸਿਓ ਮੌਲਾ, ਅਲਿਪਤ ਰਹੂੰ ਜੈਸੇ ਜਲ ਮਹਿ ਖੌਲਾ। ਬਾਹਰੀ ਤੌਰ 'ਤੇ ਸਾਰੇ ਸੰਸਾਰ ਦੇ ਨਾਲ ਜਿੰਨੇ ਵੀ ਆਪਣਾ ਮਿੱਤਰ ਸੰਬੰਧੀ ਨੇ, ਜੋ ਸੰਸਾਰ ਦੇ ਵਿੱਚ ਆਪਣੇ ਰਿਸ਼ਤੇਦਾਰ, ਮਿੱਤਰ ਸੰਬੰਧੀ ਜੋ ਵੀ ਹੈ, ਜਿਨ੍ਹਾਂ ਦੇ ਨਾਲ ਸਾਡੇ ਪਰਿਵਾਰਿਕ ਸੰਬੰਧ, ਜਿਨ੍ਹਾਂ ਦੇ ਨਾਲ ਕਾਰੋਬਾਰੀ ਸੰਬੰਧ, ਉਹਨਾਂ ਦੇ ਨਾਲ ਵੀ ਅਸੀਂ ਮਿਲ ਕੇ ਰਹਿੰਦਾ ਹਾਂ। ਮੈਂ ਬਾਹਰੀ ਤੌਰ 'ਤੇ ਉਹਨਾਂ ਦੇ ਨਾਲ ਮਿਲਦਾ ਹਾਂ, ਉਹਨਾਂ ਦੇ ਨਾਲ ਗੱਲਾਂ ਵੀ ਕਰਦਾ ਹਾਂ, ਸੰਬੰਧ ਰੱਖਦਾ ਹਾਂ। ਅਲਿਪਤ ਰਹੂੰ ਜੈਸੇ ਜਲ ਮੈਂ ਕੌਲਾ, ਲੇਕਿਨ ਮਨ ਕਰਕੇ ਸਾਰੇ ਤੋਂ ਅਲਿਪਤ ਵੀ ਹਾਂ, ਨਿਰਲੇਪ ਵੀ ਹਾਂ। ਜਿਵੇਂ ਚਿੱਕੜ ਦੇ ਵਿੱਚ ਥੱਲੇ ਚਿੱਕੜ 'ਚ ਜੜ੍ਹਾਂ ਹੁੰਦੀਆਂ, ਪਾਣੀ ਹੁੰਦਾ, ਪਾਣੀ ਤੋਂ ਉੱਪਰ ਕਮਲ ਦਾ ਫੁੱਲ ਖਿੜਦਾ ਹੈ, ਇੱਦਾਂ ਮਨ ਚੌਥੇ ਪਦ ਵਿੱਚ ਖਿੜਿਆ ਰਹਿੰਦਾ ਹੈ ਅਤੇ ਤਨ ਕਰਕੇ ਸੰਸਾਰ ਦੇ ਨਾਲ ਵਿਚਰਦਾ ਹਾਂ, ਸੰਬੰਧ ਰੱਖਦਾ ਹਾਂ।
क्योंकि तन ते मन दोनों बखरे ने। मन प्रकाश हो गया, मन इस तो निर्लेप हो गया। तन करके संसार 'ਚ विचरते हाँ, गल्लां भी करते, संबंध रखते हाँ सारे ही, लेकिन मन निर्लेप रहिंदा है। ਇਹ ਰਹੋ पंक्तियां ने। सच नाम मेरा मन लग। मेरा नाम मन जिहड़ा है समझाउंदे ने सच्चे नाम नाल जुड़िया है। लोगन स्यो मेरा ਠਾਗਾ ਬਾਗਾ। ਇਹ नहीं बई असीं हुण नाम नाल जुड़ गया कि लोकां दे नाल नहीं मिलदा, लोकां दे नाल गल नहीं करदा। लोकां दे नाल भी जो साडा काम है, कारोबार है, जो भी ਠਾਗਾ ਵਾਗਾ, जो लोड़ मुताबक सानू मिलना पैंदा है, विचार करनी पैंदी, वो भी नाल चलदा करदा हाँ। ते नाले मेरा मन नाम दे नाल लग्या है। मुख की बात सगल स्यो करता। मुखों बातां भी करदा सब दे नाल। ये नहीं भी किसी नाल गल नहीं करनी, किसी नूं बुलाउणा नहीं। सगल दे नाल, सारियां दे नाल। जी संग प्रभ अपना तरता। लेकिन मन अपना अपने प्रभु दे नाल जोड़ के रखदा हाँ। मुख नाल गल्लां, क्योंकि नेत्र जिहड़े ने साडे, नेत्र वेले ने। नेत्रा ने ना बोलना है, ना सुनना है, ना खाना है। नेत्रां दा काम ही देखना है। इस करके नेत्रां ध्यान परमेश्वर से जुड़िया रहिंदा है। बाकी मुख नाल गल्लां भी करते हाँ, सारा कुछ करते हाँ, विचरते भी हाँ, संबंध भी रखदा हाँ, सारा कुछ करदा हाँ, लेकिन मन उस प्रभु दे नाल जुड़िया रहिंदा है। दीस आबत है बहुत पिहाला। होर जीवां नूं देखण नूं लगदा कि ये जीव जिहड़ा है रुखा है, हंकारी है, कि किसी नाल बहुता लगाव नहीं, जां किसी वाल देखदा नहीं, क्योंकि ध्यान जदों नीचे रहिंदा है, अगला देखदा पता नहीं क्यों नहीं देखदा है। ते समझाउंदे ने सगल चरण की ये मन राला। पर कहंदे साडा मन तां सारे जीवां दे चरनां दी धूड़ रहिंदा है, क्योंकि ध्यान थोड़ा नीवा रहिंदा है। अगला देखदा पता नहीं क्यों नहीं देखदा, क्यों नहीं गल करदा, सोचदा है। लेकिन कहंदे साडा मन हर एक दे चरनां नाल दी राल बनिया रहिंदा, हर चरनां दी धूड़ी है। नानक जन गुर पूरा पाया। कहंदे ऐसा जन जी ने पूरे गुर नूं प्राप्त कर लिया है, उसकी ये अवस्था है। अंतर बाहर एक दिखाए। अंदर बाहर जदों एक परमेश्वर दा ज्ञान हो गया, परमेश्वर प्रगट हो गया, एक पूरे गुर ने अंदर बाहर दिखा दिता, फिर आपां किसे नूं छड्ड के नहीं जाना हुंदा। जिवें गुरु साहब जी दसदे कि असीं किसे नूं सारियां दे नाल विचरदे भी हाँ, लोकां दे नाल ਠਾਗਾ ਵਾਗਾ भी करते हाँ, चित्त भी नाम दे नाल जुड़िया है, मुखों गल्लां भी करते हाँ, सारा कुछ करते हाँ। तो लोकां नूं लगदा भी ये पता नहीं साडे वल देखदा नहीं, गल नहीं करदा, कुछ इहदे अंदर कोई, पर कहंदे साडा मन जिहड़ा सारियां दे चरनां दी राल तूड़ी बनिया रहिंदा है। ये अवस्था हो जाती है जदों पूरा गुर सानू सारे पासे ही मालक दे दर्शन करवा देंदा है, क्योंकि फिर उसका हुक्म है भी इदा विचरना है। जा का मन होए सगल किरीना, हर हर नाम तिन कट कट चीना। उत्थे ऐसे जीव नूं ही पंचम पातशाह समझाउंदे ने कि प्रधान हो जाता है सारे पुरखां दे विचों प्रधान, जिन्हों आप पढ़ते हाँ, सगल पुरख मैं पुरख प्रधान, साध संग जाका मिटे अभिमान, आपस को जो जाने नीचा सो गणिया, सब ते ऊंचा जाका मन होए सगल कीरीना, हर हर नाम तिन कट कर चीना। मन अपने ते बुरा मिटाना, पेखा सगल श्रेष्ठ साजना, सुख दुख जन सम दृष्टेता, नानक पापो नहीं लेपा।
ਅਗਲਾ ਫਿਰ ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਕਾਨ ਕੁੰਡਲੀਆਂ ਬਸਤਰ ਓਡਲੀਆਂ, ਸੇਜ ਸੁਖਲੀਆਂ ਮਨ ਗਰਬਲੀਆਂ। ਸੇਜ ਸੁਖਾਲੀ ਹੈ, ਮਨ ਦੇ ਵਿੱਚ ਬੜਾ ਗਰਵ ਹੈ। ਕੰਨਾਂ ਦੇ ਵਿੱਚ ਕੁੰਡਲ ਪਾ ਲਏ, ਸੋਹਣੇ ਬਸਤਰ ਪਾ ਲਏ ਹੋਏ ਹਨ। ਜੀਵ ਇਸਤਰੀ ਸਮਝਾਉਂਦੀ ਹੈ ਕੰਨਾਂ 'ਚ ਕੁੰਡਲਾਂ ਨੇ, ਕੰਨਾਂ 'ਚ ਕੁੰਡਲ ਪਾਏ ਨੇ, ਜਿਹਨੂੰ ਆਪਾਂ ਕਾਂਟੇ ਕਹਿ ਦਿੰਦੇ, ਵਾਲੀਆਂ ਕਹਿ ਦਿੰਦੇ ਹਾਂ, ਕੁੰਡਲ ਕਹਿ ਦਿੰਦੇ ਹਾਂ, ਅਤੇ ਸੋਹਣੇ ਬਸਤਰ ਪਾਏ ਨੇ। ਸੇਜ ਵੀ ਸੋਹਣੀ ਹੈ, ਸੁਖਾਲੀ ਹੈ, ਪਰ ਮਨ ਦੇ ਵਿੱਚ ਹੰਕਾਰ ਹੈ। ਇਹ ਸਾਰੇ ਕਾਸੇ ਦਾ। ਪਾਵਤ ਰਲੀਆਂ ਜੋਬਨ ਬਲੀਆਂ, ਤੇ ਰਲੀਆਂ ਮਾਨਤ ਪ੍ਰਾਪਤ ਕਰਦਾ ਹੈ, ਰੰਗ ਮਾਣਦਾ ਹੈ ਸੰਸਾਰ ਦੇ ਜੋਬਨ ਦੇ। ਜੋਬਨ ਦਾ ਬਲ ਹੈ, ਜੋਬਨ ਦੇ ਵਿੱਚ ਜੀਵ ਆਪਣੇ ਜੋਬਨ ਦਾ ਹੰਕਾਰ ਕਰਦਾ ਹੈ, ਮਾਣ ਕਰਦਾ ਹੈ। ਨਾਮ ਬਿਨਾ ਮਾਟੀ ਸੰਗ ਰਲੀਆਂ, ਪਰ ਜੇ ਨਾਮ ਨਹੀਂ ਹੈ, ਸਾਰਾ ਕੁਛ ਹੈ, ਸੋਹਣੇ ਸੁੰਦਰ ਵਸਤਰ ਵੀ ਨੇ, ਕੰਨਾਂ ਦੇ ਵਿੱਚ ਕੁੰਡਲ ਵੀ ਨੇ, ਸੇਜ ਵੀ ਸੁਖਾਲੀ ਹੈ, ਤੇ ਜੋਬਨ ਵੀ ਹੈ, ਰੰਗ ਮਾਣਨ ਨੂੰ ਸਾਰਾ ਕੁਛ ਹੈ, ਲੇਕਿਨ ਨਾਮ ਨਹੀਂ ਤੇ ਮਿੱਟੀ ਸੰਗ ਰਲਿਆ ਹੋਇਆ ਹੈ, ਕਿਉਂਕਿ ਤਨ ਨਾਲ ਜੁੜਿਆ ਹੈ ਮਨ। ਨਾਮ ਤੋਂ ਬਿਨਾਂ ਮਿੱਟੀ ਦੀ ਢੇਰੀ ਨਾਲ ਹੀ ਜੁੜਿਆ ਹੈ, ਤੇ ਇੱਕ ਦਿਨ ਇਸੇ ਨੇ ਨਾਸ ਹੋ ਜਾਣਾ ਹੈ। ਤਲੇ ਕੁੰਚਰੀਆਂ ਸਿਰ ਨਾ ਕਨਕ ਛਤਰੀਆਂ, ਥੱਲੇ ਸਵਾਰੀ ਹੈ, ਉੱਪਰ ਛਤਰ ਵੀ ਹੋਵੇ, ਉੱਪਰ ਛਤਰ ਹੈ ਸੋਨੇ ਦਾ, ਥੱਲੇ ਸਵਾਰੀ ਵਾਸਤੇ ਬਹੁਤ ਸਾਰੀਆਂ ਸਵਾਰੀਆਂ ਨੇ, ਜਿਵੇਂ ਹਾਥੀ ਹੁੰਦੇ, ਹੋਰ ਹਰ ਭਗਤ ਬਿਨਾ ਲੈ ਤਰਨ ਗਡਲੀਆਂ। ਪਰ ਜੇ ਹਰੀ ਦੀ ਭਗਤੀ ਨਹੀਂ ਕੀਤੀ, ਫਿਰ ਕੀ ਹੋਏਗਾ ਕਿ ਫਿਰ ਸਾਨੂੰ ਦੁਬਾਰਾ ਧਰਤੀ ਸਰੀਰ ਨੂੰ ਕਿਹਾ ਹੈ, ਜਿਵੇਂ ਮਨੁੱਖਾ ਸਰੀਰ ਹੈ, ਇੱਦਾਂ ਹੀ ਹੋਰ ਸਰੀਰ ਨੇ, ਉਹਨਾਂ ਦੇ ਵਿੱਚ ਫਿਰ ਸਾਡੀ ਜੋਤ ਨੂੰ ਪਾ ਦਿੱਤਾ ਜਾਏਗਾ। ਵੱਖਰੀ ਵੱਖਰੀ ਜੂਨੀ ਹੈ, ਜਿਵੇਂ ਮਨੁੱਖਾ ਸਰੀਰ ਹੈ, ਸਾਡੇ ਮਨੁੱਖਾ ਸਰੀਰ ਨੂੰ ਵੀ ਧਰਤੀ ਕਿਹਾ ਹੈ, ਤੇ ਸਾਰਿਆਂ ਦੇ ਸਰੀਰ ਧਰਤੀ ਨੇ, ਉਹਦੇ ਵਿੱਚ ਫਿਰ ਜੋਤ ਨੂੰ ਪਾ ਦਿੱਤਾ ਜਾਏਗਾ। ਜੇਕਰ ਹਰੀ ਦੀ ਭਗਤੀ ਨਹੀਂ ਕੀਤੀ, 84 ਲੱਖ ਜੂਨ ਭੋਗਣੀ ਪੈ ਜਾਏਗੀ। ਰੂਪ ਸੁੰਦਰੀਆਂ ਅਨੇਕ ਇਸਤਰੀਆਂ, ਸੁੰਦਰ ਰੂਪ ਹੋਵੇ, ਅਨੇਕਾਂ ਇਸਤਰੀਆਂ, ਹਰ ਰਸ ਬਿਨ ਸਵਾਦ ਫਿਕਰੀਆਂ। ਪਰ ਹਰੀ ਦਾ ਰਸ ਨਹੀਂ ਹੈ, ਸਾਰਾ ਕੁਛ ਹੋਵੇ, ਸਵਾਰੀ ਹੋਵੇ, ਕੱਪੜੇ ਵਸਤਰ ਪਹਿਨਣ ਨੂੰ ਹੋਣ, ਸੇ ਸੁਖਾਲੀ ਹੋਵੇ, ਜੋਬਨ ਵੀ ਹੋਵੇ, ਸਾਰਾ ਕੁਛ ਹੋਵੇ, ਸੁੰਦਰ ਇਸਤਰੀਆਂ ਵੀ ਹੋਣ, ਪਰ ਸਭ ਕੁਛ ਫਿੱਕਾ ਹੈ ਹਰੀ ਦੇ ਰਸ ਤੋਂ ਬਿਨਾਂ। ਇੰਨਾ ਕੁਛ ਹਰੀ ਦੇ ਰਸ ਦੇ ਅੱਗੇ ਸਭ ਕੁਛ ਫਿੱਕਾ ਹੈ। ਜਿਵੇਂ ਬਾਬਾ ਫਰੀਦ ਜੀ ਕਹਿੰਦੇ ਨੇ, ਸ਼ੱਕਰ ਖੰਡ ਨਿਵਾਸ ਗੁੜ, ਮਾਖਿਓ ਮਾਜਾ ਦੁੱਧ, ਸਭੇ ਵਸਤਾ ਮਿੱਠੀ, ਰੱਬ ਨਾ ਪੂਜਣ ਤੁਧ। ਸ਼ੱਕਰ ਖੰਡ ਗੁੜ, ਮੱਖੀ, ਜਿਹੜਾ ਸ਼ਹਿਦ, ਸਾਰਾ ਕੁਛ ਹੋਵੇ, ਪਰ ਪ੍ਰਭੂ ਦੇ ਜਿਤਨਾ ਉੱਥੇ ਆਨੰਦ ਹੈ, ਇਹ ਸਾਰਾ ਕੁਛ ਥੱਲੇ ਰਹਿ ਜਾਂਦਾ ਹੈ, ਫਿੱਕਾ ਹੀ ਰਹਿ ਜਾਂਦਾ ਹੈ, ਉੱਥੇ ਤੱਕ ਨਹੀਂ ਪਹੁੰਚ ਸਕਦੀਆਂ। ਇਸ ਕਰਕੇ ਸਮਝਾਉਂਦੇ ਨੇ ਵੀ ਸਭ ਕੁਛ ਫਿੱਕਾ ਹੈ, ਸਵਾਦ ਫਿੱਕੇ ਨੇ ਇਹ ਹਰੀ ਦੀ ਭਗਤੀ ਤੋਂ ਬਿਨਾਂ। ਮਾਇਆ ਛਲੀਆਂ ਬੇਕਾਰ ਵਿਖਲੀਆਂ, ਮਾਇਆ ਛਲਦੀ ਹੈ ਇਹਨਾਂ ਨੂੰ, ਇਹ ਸਾਰਾ ਕੁਛ ਮਾਇਆ ਹੀ ਹੈ, ਜੋ ਵੀ ਹੈ ਬੇਕਾਰ ਨੇ। ਵਿਖਲੀਆਂ
ਵਿਕਾਰਾਂ ਦੇ ਵਿੱਚ ਹੀ ਜੀਵਨ ਬਤੀਤ ਹੋ ਜਾਂਦਾ ਹੈ ਨਾਮ ਤੋਂ ਬਿਨਾਂ। ਸਰਨ ਨਾਨਕ ਪ੍ਰਭ ਪੁਰਖ ਦਇਆਲੀਆਂ। ਪਰ ਇਹ ਸੋਝੀ ਕਦੋਂ ਆਉਂਦੀ ਹੈ? ਕਿਉਂਕਿ ਜਦ ਤੱਕ ਪ੍ਰਭੂ ਦੀ ਸ਼ਰਨ 'ਚ ਨਹੀਂ ਗਏ, ਉਸ ਆਨੰਦ ਨੂੰ ਨਹੀਂ ਮਾਣਿਆ, ਉਨੀ ਦੇਰ ਤਾਂ ਸਾਨੂੰ ਇਹ ਸੰਸਾਰਿਕ ਚੀਜ਼ਾਂ ਹੀ ਬਹੁਤ ਵਧੀਆ ਲੱਗਦੀਆਂ ਨੇ। ਇਹ ਹੁੰਦੇ ਹੀ ਜੀਵ ਨੂੰ ਇਹ ਹੈ ਵੀ ਸਾਰਾ ਕੁਛ, ਬਸ ਇਸ ਤੋਂ ਉੱਪਰ ਕੁਛ ਵੀ ਨਹੀਂ ਹੈ। ਪਰ ਜਦੋਂ ਸ਼ਰਨ ਪ੍ਰਭੂ ਦੀ 'ਚ ਚਲੇ ਜਾਂਦਾ ਹੈ ਜੀਵ, ਫਿਰ ਸਾਰਾ ਭੇਤ ਆਉਂਦਾ ਵੀ ਨਹੀਂ, ਉਸ ਪ੍ਰਭੂ ਦੇ ਨਾਮ ਤੋਂ ਬਿਨਾਂ ਤਾਂ ਵਿਅਰਥ ਹੈ। ਇਹ ਨਹੀਂ ਵੀ ਅਸੀਂ ਇਸ ਰਸ ਨੂੰ ਭੋਗ ਨਹੀਂ ਸਕਦੇ, ਅਸੀਂ ਸਵਾਰੀ ਨਹੀਂ ਕਰ ਸਕਦੇ, ਅਸੀਂ ਸੋਹਣੇ ਵਸਤਰ ਨਹੀਂ ਪੈ ਸਕਦੇ, ਅਸੀਂ ਸੇਜਾ ਸੁਖਾਲੀ 'ਤੇ ਨਹੀਂ ਜਾ ਸਕਦੇ, ਐਸਾ ਨਹੀਂ ਹੈ। ਪਰ ਇਸ ਉਦੋਂ ਤੱਕ ਹੀ ਵਿਅਰਥ ਨੇ ਜਿੰਨੀ ਦੇਰ ਅਸੀਂ ਪ੍ਰਭੂ ਦੇ ਨਾਮ ਤੋਂ ਸਖਣੇ ਹਾਂ, ਪ੍ਰਭੂ ਦੀ ਭਗਤੀ, ਪ੍ਰਭੂ ਦੇ ਰਸ ਤੋਂ ਵਾਂਝੇ ਹਾਂ। ਜਦੋਂ ਰਸ ਪ੍ਰਾਪਤ ਹੋ ਜਾਂਦਾ ਹੈ, ਫਿਰ ਸਾਡਾ ਸਾਰਾ ਕੁਛ ਹੀ ਪ੍ਰਵਾਨ ਹੋ ਜਾਂਦਾ ਹੈ। ਫਿਰ ਇਹ ਚੀਜ਼ਾਂ ਵੀ ਸਾਨੂੰ ਪ੍ਰਵਾਨ ਨੇ। ਆਓ ਅਗਲਾ ਫਿਰ ਆਸਾ ਮਹੱਲਾ ਪੰਜਵਾਂ, ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਐਸਾ ਕਰੋ ਵਿਚਾਰ ਗਿਆਨੀ, ਜਾਤੇ ਪਾਈਐ ਪਦ ਨਿਰਵਾਨੀ। ਵੀ ਐਸਾ ਵਿਚਾਰ ਕਰੋ। ਕੌਣ ਕਰੇਗਾ? ਗਿਆਨੀ। ਗਿਆਨੀ ਕੌਣ ਹੈ? ਜਿਸ ਨੇ ਆਪਣੇ ਆਪ ਨੂੰ ਬੁੱਝ ਲਿਆ ਹੈ, ਪਰਮੇਸ਼ਰ ਨੂੰ ਜਾਣ ਲਿਆ ਹੈ। ਪਰਨਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ। ਗੁਰ ਕੇ ਸ਼ਬਦ ਕਰੇ ਵਿਚਾਰ, ਸੋ ਗਿਆਨੀ ਦਰਗਾਹ ਪ੍ਰਵਾਨ। ਗੁਰ ਪ੍ਰਸਾਦੀ ਕਰੇ ਵਿਚਾਰ, ਸੋ ਗਿਆਨੀ ਦਰਗਾਹ ਪ੍ਰਵਾਨ। ਐਸਾ ਗਿਆਨੀ ਫਿਰ ਉਹ ਵਿਚਾਰ ਕਰਦਾ ਹੈ ਕਿ ਕਿਵੇਂ ਆਪਾਂ ਨਿਰਵਾਣ ਪਦ ਨੂੰ ਪ੍ਰਾਪਤ ਕਰਨਾ ਹੈ। ਨਿਰਵਾਣ ਪਦ, ਚੌਥਾ ਪਦ, ਨਿਜ ਮਹਿਲ, ਨਿਜ ਘਰ। ਉਹ ਕੌਣ ਕਰਦਾ ਹੈ? ਗਿਆਨੀ। ਐਸਾ ਕਰੋ ਵਿਚਾਰ ਗਿਆਨੀ, ਜਾਤੇ ਪਾਈਐ ਪਦ ਨਿਰਵਾਨੀ। ਨਿਰਵਾਣ ਪਦ ਪ੍ਰਾਪਤ ਹੋ ਜਾਵੇ, ਚੌਥਾ ਪਦ ਪ੍ਰਾਪਤ ਹੋ ਜਾਵੇ। ਆਸ ਪਾਸ ਵਿਖੁਆ ਕੇ ਕੁੰਟਾ। ਸਾਰੇ ਪਾਸੇ ਤ੍ਰੈ ਗੁਣ ਜਿਹੜੀ ਮਾਇਆ ਹੈ, ਵਿਖ ਹੈ, ਵਿਖ ਦੇ ਖੂਹ ਨੇ, ਕੁੰਟਾ ਕਹਿੰਦੇ ਖੂਹ ਨੂੰ। ਇਹਦਾ ਤਮੋ ਗੁਣ ਹੈ, ਸੱਜੇ ਖੱਬੇ ਰਜੋ ਗੁਣ ਹੈ, ਵਿਚਾਲੇ ਸਤੋ ਗੁਣ ਹੈ। ਤਿੰਨ ਹੀ ਵਿਖ ਨੇ, ਵਿਖ ਦੇ ਖੂਹ ਨੇ। ਤਿੰਨਾਂ ਚੋਂ ਜੀਵ ਮਨ ਪੀਂਦਾ ਹੈ, ਵਿਖ ਹੀ ਪੀਂਦਾ ਹੈ। ਵਿੱਚ ਅੰਮ੍ਰਿਤ ਹੈ ਭਾਈ ਰੇ, ਪਰ ਤਿੰਨਾਂ ਦੇ ਵਿਚਾਲੇ ਅੰਮ੍ਰਿਤ ਹੈ। ਜਿਵੇਂ ਆਪਾਂ ਦੇਖਦੇ ਹਰਿਮੰਦਰ ਸਾਹਿਬ, ਇੱਕ ਪਾਸੇ ਸਤੋ ਗੁਣ ਹੈ, ਇੱਕ ਪਾਸੇ ਸ਼ਿਵ ਜੀ ਹੈ, ਇੱਕ ਪਾਸੇ ਬ੍ਰਹਮਾ ਹੈ, ਇੱਕ ਪਾਸੇ ਵਿਸ਼ਨੂੰ ਹੈ, ਤੇ ਵਿਚਾਲੇ ਅੰਮ੍ਰਿਤ ਸਰੋਵਰ ਹੈ। ਇੱਦਾਂ ਹੀ ਆਲੇ ਦੁਆਲੇ ਵਿਖੂ ਦੇ ਕੁੰਟਾ ਹੈ, ਖੂਹ ਨੇ, ਤੇ ਵਿੱਚ ਅੰਮ੍ਰਿਤ ਹੈ। ਜਿਸ ਦਾ ਗਿਆਨ ਨਹੀਂ ਜੀਵਾਂ ਨੂੰ, ਜੋ ਮਨ ਨੇ ਅੰਮ੍ਰਿਤ ਪੀਣਾ ਹੈ। ਏਕ ਬਗੀਚਾ ਪੇੜ ਘਨ ਕਰਿਆ। ਬਗੀਚਾ ਹੈ ਜਿਹਦੇ ਵਿੱਚ ਪੇੜ ਨੇ। ਇੱਕ ਬਗੀਚੇ ਦੇ ਵਿੱਚ ਕਾਫੀ ਪੇੜ ਹੁੰਦੇ ਨੇ, ਤਾਂ ਹੀ ਆਪਾਂ ਦਰਖਤ ਹੁੰਦੇ ਨੇ। ਬਹੁਤ ਸਾਰੇ ਦਰਖਤਾਂ ਦੇ ਇਕੱਠ ਨੂੰ ਜਿੱਥੇ ਲੱਗੇ ਹੁੰਦੇ ਨੇ, ਉਸ ਨੂੰ ਆਪਾਂ ਬਗੀਚਾ ਕਹਿ ਦਿੰਦੇ, ਬਗੀਚੀ ਕਹਿ ਦਿੰਦੇ ਹਾਂ। ਇੱਦਾਂ ਹੀ ਇੱਕ ਬਗੀਚਾ ਜਿਹਨੂੰ ਆਪਾਂ ਸੱਚੀ ਸੰਗਤ ਕਹਿ ਦਿੰਦੇ ਹਾਂ, ਜਿਹਦੇ ਵਿੱਚ ਬਹੁਤ ਸਾਰੇ ਜੀਵ ਬੈਠਦੇ ਨੇ, ਉੱਥੇ ਫਿਰ ਅੰਮ੍ਰਿਤ ਨਾਮ ਤਹਾਂ ਮੈਂ ਫਲਿਆ। ਸੱਚੀ ਸੰਗਤ ਜਿੱਥੇ ਫਿਰ ਇਹ ਵਿਚਾਰ ਹੁੰਦੀ ਹੈ। ਕਿਹੜੀ? ਚੌਥੇ ਪਦ ਦੀ, ਨਿਰਵਾਣ ਪਦ ਦੀ। ਕੌਣ ਕਰਦਾ ਹੈ? ਗਿਆਨੀ। ਉੱਥੇ ਫਿਰ ਜਿਹੜੀ ਸੰਗਤ ਹੁੰਦੀ ਹੈ, ਕਿਉਂਕਿ ਸੰਗਤ ਦੇ ਵਿੱਚ ਬਹੁਤ ਸਾਰੇ ਜੀਵ ਹੁੰਦੇ, ਸਾਡੇ ਸਰੀਰ ਨੂੰ ਦਰਖਤ ਹੀ ਕਹਿ ਦਿੱਤਾ ਹੈ, ਉਸ ਨੂੰ ਫਿਰ
ਕਹਿ ਦਿੱਤਾ ਹੈ ਬਗੀਚਾ। ਉੱਥੇ ਫਿਰ ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਉੱਥੋਂ ਵਿਚਾਰ ਪ੍ਰਾਪਤ ਹੁੰਦੀ ਕਿਵੇਂ ਆਪਾਂ ਚੌਥੇ ਪਦ ਨੂੰ ਪਾਉਣਾ, ਕਿਵੇਂ ਜਿਹੜੇ ਤ੍ਰੈ ਗੁਣ ਨੇ, ਤਿੰਨ ਖੂਹ ਨੇ, ਉਹਨਾਂ ਤੋਂ ਬਚਣਾ ਹੈ, ਕਿਵੇਂ ਅੰਮ੍ਰਿਤ ਨੂੰ ਪ੍ਰਾਪਤ ਕਰਨਾ ਜਿਹੜਾ ਵਿੱਚ ਅੰਮ੍ਰਿਤ ਹੈ ਤਿੰਨਾਂ ਖੂਹਾਂ ਦੇ, ਜੋ ਅੰਮ੍ਰਿਤ ਦਾ ਚਸ਼ਮਾ ਹੈ, ਅੰਮ੍ਰਿਤ ਦਾ ਖੂਹ ਹੈ। ਅੰਤਰਕੁੰਟਾ ਅੰਮ੍ਰਿਤ ਭਰਿਆ, ਸ਼ਬਦੇ ਕਾੜ ਪੀਏ ਪਨਹਾਰੀ, ਜਿਹਨੂੰ ਗੁਰ ਦੇ ਸ਼ਬਦ ਦੁਆਰਾ ਆਪਾਂ ਪੀਣਾ ਹੁੰਦਾ ਹੈ, ਗੁਰ ਦੇ ਗਿਆਨ ਦੁਆਰਾ। ਸਿੰਚਨਹਾਰੇ ਇੱਕ ਹੈ ਮਾਲੀ। ਮਾਲੀ ਇੱਕੋ ਹੀ ਹੈ ਸਾਰਿਆਂ ਨੂੰ, ਤ੍ਰੈ ਗੁਣਾਂ ਦੇ ਵਾਸਤੇ ਵੀ ਉਹੀ ਹੈ, ਅਤੇ ਚੌਥੇ ਪਦ ਦੇ ਵਿੱਚ ਜਿਹੜਾ ਅੰਮ੍ਰਿਤ ਦਾ ਖੂਹ ਹੈ, ਇਹ ਪੇੜ ਨੂੰ, ਬਗੀਚੇ ਨੂੰ ਸਿੰਚਨਹਾਰ ਮਾਲੀ ਇੱਕ ਹੀ ਹੈ। ਖਬਰ ਕਰਤਾ ਹੈ ਪਾਤ ਪਤ ਡਾਲੀ, ਉਸ ਨੂੰ ਪੱਤੇ ਪੱਤੇ ਦੀ, ਡਾਲੀ ਡਾਲੀ ਦੀ ਖਬਰ ਹੈ। ਜੋ ਪਰਮੇਸ਼ਰ ਹੈ, ਮਾਲੀ ਹੈ ਸਾਰੇ ਬਗੀਚੇ ਦਾ, ਉਸ ਨੂੰ ਪੱਤੇ ਪੱਤੇ ਦੀ ਖਬਰ ਹੈ, ਡਾਲੀ ਡਾਲੀ ਦੀ ਖਬਰ ਹੈ। ਸਗਲ ਬਨਸਪਤ ਆਨ ਜੜਾਈ, ਉਸੇ ਦੀ ਸਾਰਾ ਕੁਛ ਪੈਦਾ ਕੀਤਾ ਹੋਇਆ ਹੈ, ਸਾਰੀ ਬਨਸਪਤੀ ਉਸੇ ਦੀ ਪੈਦਾ ਕੀਤੀ ਹੋਈ ਹੈ। ਸਗਲੀ ਫੂਲੀ ਨੇ ਫਲ ਨਾ ਕਾਈ, ਸਾਰਿਆਂ 'ਚ ਉਸ ਦੀ ਜੋਤ ਹੈ, ਸਾਰੀ ਫਲਦੀ ਫੁੱਲਦੀ ਹੈ, ਕੋਈ ਵੀ ਨੇਫਲ ਨਹੀਂ। ਨੇਫਲ ਕਿਉਂ ਨਹੀਂ? ਕਿਉਂਕਿ ਸਾਰਿਆਂ 'ਚ ਉਹਦੀ ਜੋਤ ਹੈ, ਸਾਰੀ ਉਸਨੇ ਆਪ ਹੀ ਪੈਦਾ ਕੀਤੀ ਹੋਈ ਹੈ। ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ, ਪਰ ਜਿਨ੍ਹਾਂ ਨੇ ਅੰਮ੍ਰਿਤ ਨਾਮ ਦਾ ਫਲ ਹੈ ਗੁਰ ਦੇ ਗਿਆਨ ਦੁਆਰਾ ਪ੍ਰਾਪਤ ਕੀਤਾ ਹੈ, ਨਾਨਕ ਦਾਸ ਤਰੀ ਤਿਨ ਮਾਇਆ। ਅਤੇ ਸਤਿਗੁਰੂ ਸਮਝਾਉਂਦੇ ਨੇ ਵੀ ਐਸੇ ਦਾਸ ਫਿਰ ਇਸ ਮਾਇਆ ਨੂੰ ਤਰਦੇ ਨੇ। ਤ੍ਰੈ ਗੁਣਾਂ ਦਾ ਜਿਹੜਾ ਖੂੰਟਾ ਹੈ ਵਿਖ ਦਾ, ਉਹ ਇਸ ਮਾਇਆ ਦੇ ਖੂਹਾਂ ਤੋਂ, ਵਿਖ ਦੇ ਖੂਹ ਤੋਂ ਤਰ ਕੇ ਚਲੇ ਜਾਂਦੇ ਨੇ ਕਿੱਥੇ? ਜਿੱਥੇ ਅੰਮ੍ਰਿਤ ਹੈ, ਵਿੱਚ ਅੰਮ੍ਰਿਤ ਹੈ। ਇੱਧਰ ਵੀ ਖੂਹ ਹੈ, ਇੱਧਰ ਵੀ ਖੂਹ ਹੈ, ਸਾਹਮਣੇ ਵੀ ਖੂਹ, ਇਸ ਕਰਕੇ ਵਿੱਚ ਜਾਣਾ ਹੈ ਅੰਦਰ, ਅਤੇ ਅੰਦਰ ਚਲੇ ਜਾਵਾਂਗੇ ਅੰਮ੍ਰਿਤ ਪ੍ਰਾਪਤ ਹੋ ਜਾਂਦਾ ਹੈ। ਪ੍ਰਕਾਸ਼, ਅੰਮ੍ਰਿਤ ਕੀ ਹੈ? ਪ੍ਰਕਾਸ਼। ਫਿਰ ਮਨ ਅੰਮ੍ਰਿਤ ਨੂੰ ਪੀਂਦਾ ਹੈ, ਅੰਮ੍ਰਿਤ ਦੇ ਦਰਸ਼ਨ ਕਰਦਾ ਹੈ, ਅੰਮ੍ਰਿਤ ਨੂੰ ਧਿਆਉਂਦਾ ਹੈ, ਅੰਮ੍ਰਿਤ ਦੇ ਵਿੱਚ ਨੇਤਰ ਭਿੱਜਦੇ ਨੇ। ਹਰ ਅੰਮ੍ਰਿਤ ਪਿੰਨੇ ਲੋਏ ਨਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਇੱਦਾਂ ਫਿਰ ਤ੍ਰੈ ਗੁਣ ਮਾਇਆ ਜਿਹੜੀ ਇਸ ਨੂੰ ਜੀਵ ਤਰਦਾ ਹੈ, ਜਿਹੜਾ ਗੁਰ ਤੋਂ ਇਸ ਅੰਮ੍ਰਿਤ ਫਲ ਨੂੰ ਪ੍ਰਾਪਤ ਕਰਦਾ ਹੈ। ਅੰਮ੍ਰਿਤ ਇੱਕੋ ਸ਼ਬਦ ਹੈ, ਗੁਰਮੁਖ ਪਾਇਆ ਜਾਏ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ। ਲੱਭ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਅਗਲਾ ਸ਼ਬਦ ਫਿਰ ਆਸਾ ਮਹੱਲਾ ਪੰਜਵਾਂ। ਸਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਸਰਬ ਸੁਖਾ ਬਣੇ ਤੇਰਾ ਓਲੇ, ਭਰਮ ਕੇ ਪਰਦੇ ਸਤਿਗੁਰ ਖੋਲੇ। ਜਦੋਂ ਇਹ ਭਰਮ ਦਾ ਪਰਦਾ ਖੁੱਲ੍ਹ ਜਾਂਦਾ ਹੈ, ਕੌਣ ਖੋਲ੍ਹਦਾ ਹੈ? ਸਤਿਗੁਰ। ਸੱਚਾ ਗਿਆਨ, ਸੱਚਾ ਉਪਦੇਸ਼ ਲੈ ਕੇ ਜਦੋਂ ਅਸੀਂ ਮਨ 'ਚ ਵਸਾ ਲੈਂਦੇ ਹਾਂ, ਇਹ ਭਰਮ ਨੂੰ ਪਾਸੇ ਕਰ ਦਿੰਦਾ ਹੈ। ਫਿਰ ਸਾਰੇ ਜਿਹੜੇ ਦੁੱਖ ਖਤਮ ਹੋ ਜਾਂਦੇ, ਸਾਰੇ ਸੁੱਖ ਉਹਦੇ ਆਸਰੇ ਪ੍ਰਾਪਤ ਹੋ ਜਾਂਦੇ ਨੇ, ਕਿਉਂਕਿ ਭਰਮ ਕਰਕੇ ਜੀਵ ਦੁਖੀ ਹੈ। ਜਦੋਂ ਭਰਮ ਖਤਮ ਹੋ ਗਿਆ, ਜਿਸ ਮਾਲਕ ਤੋਂ ਵਿਛੜੇ ਉਹ ਸਾਹਮਣੇ ਪ੍ਰਗਟ ਹੋ ਗਿਆ, ਫਿਰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ। ਫਿਰ ਜੀਵ ਉਸ ਪਰਮੇਸ਼ਰ ਦੀ ਟੇਕ ਰੱਖਦਾ ਹੈ, ਉਹਦਾ ਆਸਰਾ ਰੱਖਦਾ ਹੈ, ਕਿਉਂਕਿ ਉਹਦੇ ਆਸਰੇ ਨਾਲ ਹੀ ਫਿਰ ਸਾਨੂੰ ਮਨ ਨੂੰ ਸੁੱਖ ਪ੍ਰਾਪਤ ਹੁੰਦਾ ਹੈ। ਸੰਸਾਰ ਦੇ ਵਿੱਚ ਜੇ ਦੁੱਖ ਵੀ ਹੈ, ਉਹ ਵੀ ਸੁੱਖ ਹੀ ਹੈ, ਕਿਉਂਕਿ ਦੁੱਖ ਹੀ ਦਾਰੂ ਹੈ।
ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਹੇ ਪ੍ਰਭੂ, ਤੇਰੇ ਨਾਮ ਨਾਲ ਜੁੜ ਕੇ ਤਾਂ ਐਸੀ ਲੀਲਾ ਰਚੀ, ਕਿਉਂਕਿ ਉਹ ਰਾਜ ਪ੍ਰਾਪਤ ਹੋ ਗਿਆ, ਉਹ ਗਿਆਨ ਪ੍ਰਾਪਤ ਹੋ ਗਿਆ ਜਿੱਥੇ ਸਾਡਾ ਮਾਲਕ ਵਸਦਾ ਹੈ, ਜਿੱਥੇ ਉਹ ਰਾਜਾ ਵਸਦਾ ਹੈ ਜਿਹੜਾ ਸਾਰਿਆਂ ਦਾ ਰਾਜਾ ਹੈ। ਤੁਮ ਹੋ ਸਭ ਰਾਜਨ ਕੇ ਰਾਜਾ। ਨਾਮ ਉਸ ਦੇ ਨਾਲ ਬਣਾ ਦਿੰਦਾ, ਮਿਲਾ ਦਿੰਦਾ ਹੈ, ਉਸ ਦੇ ਨਾਲ ਜੋੜ ਦਿੰਦਾ ਹੈ। ਅਤੇ ਫਿਰ ਕੀ ਹੁੰਦਾ, ਜਦੋਂ ਅਸੀਂ ਉਸ ਨਾਲ ਜੁੜ ਜਾਂਦੇ ਹਾਂ, ਨਾਮ ਨਾਲ ਜੁੜਦੇ ਹਾਂ, ਫਿਰ ਜਦੋਂ ਅਸੀਂ ਜੋਗ ਹੋ ਜਾਂਦੇ ਹਾਂ, ਜੋਗ ਬਣਿਆ ਤੇਰਾ ਕੀਰਤਨ ਗਾਈ, ਫਿਰ ਉਸ ਪ੍ਰਭੂ ਦਾ ਕੀਰਤਨ ਗਾਉਂਦਾ ਹੈ। ਕੀਰਤਨ ਕਿਹੜਾ? ਕੋਈ ਇਹ ਕੀਰਤਨ ਨਹੀਂ ਜਿਹੜਾ ਆਪਾਂ ਸੰਸਾਰ ਵਿੱਚ ਸੁਣਦੇ ਨੇ। ਇੱਕੋ ਕੀਰਤਨ ਕਰਦਾ ਹੈ ਜੀਵ ਕਿ ਪ੍ਰਭੂ ਨੂੰ ਮਿਲਣਾ ਕਿਵੇਂ ਹੈ, ਓਅੰਕਾਰ ਧੁਨ ਦਾ। ਗੁਰਬਾਣੀ ਦੇ ਵਿੱਚ ਦੱਸ ਦਿੱਤਾ ਹੈ ਕਿ ਸਭ ਤੋਂ ਭਲਾ ਕੀਰਤਨੀਆ ਕੌਣ ਹੈ? ਓਅੰਕਾਰ ਏਕ ਧੁਨ ਏਕੋ, ਏਕੋ ਰਾਗ ਅਲਾਪੈ, ਏਕਾ ਦੇਸੀ ਏਕ ਦਿਖਾਵੈ, ਏਕੋ ਰਿਹਾ ਵਿਆਪੈ, ਏਕਾ ਸੁਰਤ ਏਕ ਹੀ ਸੇਵਾ, ਏਕੋ ਗੁਰ ਤੇ ਜਾਪੈ, ਭਲੋ ਭਲੋ ਰੇ ਕੀਰਤਨੀਆ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਤੰਦ ਸੁਆਓ। ਫਿਰ ਜਦੋਂ ਐਸੇ ਕੀਰਤਨ ਦੇ ਯੋਗ ਬਣਦਾ ਹੈ, ਪਰ ਬਣਦਾ ਕਿਵੇਂ ਹੈ? ਨਾਮ ਦੁਆਰਾ, ਸੱਚੇ ਗੁਰ ਦੁਆਰਾ। ਗਿਆਨ ਲੈ ਕੇ ਪਰਦਾ ਖਤਮ ਹੋ ਜਾਂਦਾ ਹੈ, ਉਸ ਪ੍ਰਭੂ ਦਾ ਆਸਰਾ ਹੋ ਜਾਂਦਾ ਹੈ। ਜਦੋਂ ਅਸੀਂ ਉਸ ਦੀ ਟੇਕ ਰੱਖਦੇ ਹਾਂ, ਫਿਰ ਜਦੋਂ ਉਹ ਸਾਨੂੰ ਆਪਣੇ ਜੋਗ ਬਣਾ ਲੈਂਦਾ ਹੈ। ਜਾਂ ਕਹਿ ਕੇ ਲਈਏ ਕਿ ਉਹ ਦਇਆ ਕਰਦਾ ਹੈ ਜਦੋਂ ਅਸੀਂ ਗੁਰ ਨੂੰ ਸੁਣ ਕੇ ਮੰਨਦੇ ਹਾਂ, ਕਮਾਉਂਦੇ ਹਾਂ, ਵਿਸ਼ਵਾਸ ਕਰਦੇ ਹਾਂ, ਅਤੇ ਫਿਰ ਉਹ ਸਾਨੂੰ ਇਸ ਦੇ ਜੋਗ ਬਣਾ ਲੈਂਦਾ ਹੈ। ਫਿਰ ਉਸ ਦਾ ਕੀਰਤਨ ਗਾਉਂਦਾ ਹੈ। ਕਿਉਂ ਗਾਉਂਦਾ ਕਦੋਂ ਹੈ? ਜਦੋਂ ਆਪ ਗਵਾਉਂਦਾ ਹੈ। ਹੁਕਮ ਬੂਝ ਰੰਗ ਰਸ ਮਾਣੇ, ਹੁਕਮ ਨੂੰ ਬੁਝਿਆ ਪ੍ਰਭੂ ਦੇ ਨੂੰ। ਹੁਕਮ ਕੀ ਹੈ? ਇਹ ਰਸਤਾ, ਇਹ ਚੱਲਣਾ ਹੁਕਮ ਹੈ। ਜਿਵੇਂ ਸਾਨੂੰ ਸਮਝਾਇਆ ਹੈ ਕਿ ਪਸ਼ੂ ਨੇ, ਜਾਨਵਰ ਨੇ, ਜਿਵੇਂ ਕੁੱਤੇ ਦੇ ਗਲ 'ਚ ਆਪਾਂ ਸੰਗਲੀ ਪਾ ਲਈਏ ਅਤੇ ਆਪਾਂ ਅੱਗੇ ਹੋ ਜਾਂਦੇ, ਕੁੱਤਾ ਪਿੱਛੇ ਪਿੱਛੇ ਆਉਂਦਾ, ਉਹ ਹੁਕਮ 'ਚ ਹੀ ਆਉਂਦਾ ਜਿੱਧਰ ਨੂੰ ਆਪਾਂ ਚਲਾਉਂਦੇ। ਇੱਦਾਂ ਹੀ ਸਾਨੂੰ ਦੱਸਿਆ ਕਿ ਜਦੋਂ ਅਸੀਂ ਇਸ ਮਾਰਗ 'ਤੇ ਚੱਲਦੇ ਹਾਂ, ਜਿਹੜਾ ਮਨ ਸਾਡਾ ਇੱਕ ਹਾਥੀ ਦੀ ਤਰ੍ਹਾਂ ਹੈ, ਮਨ ਕੂੰਚਰ ਪੀਲਖ ਗੁਰ ਗਿਆਨ ਕੁੰਡਾ, ਜੈ ਖਿੱਚੈ ਤਹਿ ਜਾਏ, ਜਿੱਧਰ ਨੂੰ ਖਿੱਚਦਾ ਜਾਂਦਾ ਹੈ। ਨਾਨਕ ਹਸਤੀ ਕੁੰਡੇ ਬਾਰਾ, ਫਿਰ ਜੂਨੀ ਪਾਏ। ਜੇ ਇਹ ਕੁੰਡਾ ਨਹੀਂ ਪਿਆ ਸਾਡੇ ਮਨ ਦੇ ਵਿੱਚ, ਜਿਹੜਾ ਕੂੰਚਰ ਦੀ ਤਰ੍ਹਾਂ ਹੈ, ਹਾਥੀ ਦੀ ਤਰ੍ਹਾਂ ਹੈ, ਫਿਰ ਜੂਨਾਂ 'ਚ ਜਾਂਦਾ ਹੈ। ਇਸ ਕਰਕੇ ਇਹ ਹੁਕਮ 'ਚ ਹੀ ਚੱਲਣਾ ਹੈ। ਜਿਨ੍ਹਾਂ ਨੇ ਹੁਕਮ ਨੂੰ ਬੁੱਝ ਲਿਆ, ਉਹ ਉਸ ਦੇ ਰੰਗ ਨੂੰ, ਰਸ ਨੂੰ ਮੰਨਦੇ ਨੇ। ਜਿਵੇਂ ਇੱਥੇ ਸਮਝਾਇਆ ਹੈ ਕਿ ਕਿਵੇਂ ਬਣਿਆ ਹੈ। ਸਤਿਗੁਰ ਨੇ ਪਰਦੇ ਖੋਲ੍ਹ ਦਿੱਤੇ ਮੇਰੇ ਭਰਮ ਦੇ ਸਾਰੇ ਹੀ, ਅਤੇ ਮੇਰੇ ਸਾਰੇ ਸੁੱਖ ਉਸ ਪਰਮੇਸ਼ਰ ਦੇ ਆਸਰੇ ਮੈਨੂੰ ਸਾਰੇ ਸੁੱਖ ਪ੍ਰਾਪਤ ਹੋ ਗਏ। ਅਤੇ ਤੇਰੀ ਲੀਲਾ, ਰਾਜ ਲੀਲਾ, ਉਸ ਪ੍ਰਭੂ ਦੀ ਲੀਲਾ ਦਾ ਗਿਆਨ ਹੋ ਗਿਆ, ਉਹਦੇ ਜੋਗ ਬਣਾ ਦਿੱਤਾ, ਉਹਦਾ ਕੀਰਤਨ, ਤੇਰਾ ਕੀਰਤਨ ਕੀਤਾ। ਤੂੰ ਆਪ ਸਾਨੂੰ ਇਹ ਗਿਆਨ ਕਰਵਾ ਦਿੱਤਾ। ਸਤਿਗੁਰ ਸੇਵਾ ਮਹਾ ਨਿਰਵਾਣੇ। ਜਦੋਂ ਫਿਰ ਜੀਵ ਹੁਕਮ ਬੁੱਝ ਲੈਂਦਾ, ਰੰਗ ਰਸ ਨੂੰ ਮਾਣਦਾ ਹੈ, ਫਿਰ ਇਸ ਸੇਵਾ ਦੇ ਵਿੱਚ ਲਾਉਂਦਾ ਹੈ ਨਿਰਵਾਣ ਪਦ, ਚੌਥਾ ਪਦ। ਉੱਥੇ ਪ੍ਰਭੂ ਫਿਰ ਆਪਣੀ ਸੇਵਾ ਦੇ ਵਿੱਚ ਆਪ ਲਾਉਂਦਾ ਹੈ, ਜੋਗ ਬਣਾ ਲੈਂਦਾ ਹੈ। ਫਿਰ ਸਤਿਗੁਰ ਦੀ ਸੇਵਾ ਹੈ। ਸਤਿਗੁਰ ਦੀ ਸੇਵਾ ਕੀ ਹੈ? ਕਿ ਅੱਗੇ ਸਤਿਗੁਰ ਦਾ ਗਿਆਨ ਦੇਣਾ ਹੈ, ਉਸ ਦੀ ਸੋਝੀ, ਉਸ ਨੂੰ ਸੌਂਪ ਦੇਣਾ। ਆਪ ਫਿਰ ਸਾਨੂੰ ਜਿਵੇਂ ਚਲਾਉਂਦਾ ਉਵੇਂ ਚੱਲਦੇ ਹਾਂ, ਹੁਕਮ ਦੇ ਵਿੱਚ ਚੱਲਣਾ ਹੈ। ਇੱਥੇ ਵੀ ਹੁਕਮ ਚੱਲੇ ਅਤੇ ਉਹ ਨਿਰਵਾਣ ਪਦ ਦੀ ਪ੍ਰਾਪਤੀ ਹੋਈ, ਸਤਿਗੁਰ ਦੀ ਸੇਵਾ ਪ੍ਰਾਪਤ ਹੋਈ ਕਹਿੰਦੇ।
जिन तू जाता सो गृहस्थ उदासी प्रवान। हे प्रभु, जिन्हां ने तैनूं जान लिया वो चाहे गृहस्थ दे विच है चाहे उदासी है, गृहस्थ नहीं धारण कीता वो प्रवान है। कोई जरूरी नहीं कि जीव जिहड़ा गृहस्थी होएगा वही प्रवान होएगा, जां जिहड़ा उदासी होएगा गृहस्थ च नहीं आउंदा वही प्रवान होएगा। चाहे गृहस्थ है चाहे गृहस्थ तो बिना है, प्रवान है जिन्हां ने उस प्रभु नूं जान लिया। गुर दे ज्ञान द्वारा जिन्हां ने दे परम दे पड़दे खुल गए, जिन्हां उस प्रभु दा आसरा तक लिया। क्योंकि बहुत सारे जीवां दी की है, कुछ कहते ने कि सिर्फ मनुख ही मुक्त हो सकता है, औरत नहीं मुक्त हो सकती। कोई कहता है जे गृहस्थ नहीं अपनाया फिर असी मुक्त नहीं हो सकते, कोई कहता गृहस्थी नहीं मुक्त हो सकते। क्योंकि जे असी प्रभु दे नाम नाल जुड़ते हाँ, सच्चे गुर नाल जुड़ जाते हाँ, फिर असी चाहे गृहस्थी होइए चाहे गृहस्थ ना तो बिना होइए, असी प्रवान हाँ प्रभु नूं, चाहे औरत होइए चाहे मर्द होइए। नाम रता सोई निर्वाण। निर्वाण कौन है? जिहड़ा नाम च रत्या गया। नाम चौथे पद विच है। जदों मन नाम च रत्या गया उसनूं वो निर्वाण पद प्राप्त हो गया, प्रकाश रूप हो गया। मन दा वासा कित्थे हो गया? प्रकाश दे विच। जाओ को मिलियो नाम निदाना। जिन्हों फिर समझाउंदे ने ये नाम दा खजाना प्राप्त हो गया। भनत नानक ताका पूर खजाना। उस दे कोल फिर महाराज समझाउंदे ने कि उस दे कोल वो खजाना है पूरा। आप मालिक ने एक खजाना दिता है, वो फिर सानू ज्ञान देंदा है गुर दा। जिहड़े जीव सतगुर ते विश्वास करते ने उन्हां दे परम दे पड़दे खुल जाते ने। वो जी फिर उस प्रभु नूं जान लेंदे ने जिस नूं मिलण दे वास्ते सानू ये मनुखा दे ही प्राप्त हुई है। आओ अगला शब्द फिर आसा महला पंजवां। आसा राग दे विच महले पंजवें दा शब्द है। रहो पंक्तियां ने सो अस्थान बतावो मीता, जाकै हर हर कीर्तन नीता। हुण आ गया शब्द कि ऐसा कोई स्थान बतावो जिथे हर रोज हरि दा कीर्तन हुंदा है। जिथे हरि दा कीर्तन हुंदा वो स्थान मैनू भी दसो। कहंदे हे मित्र ऐसा स्थान बतावो जिथे हरि दा कीर्तन हुंदा है रोज ही। हरि दा कीर्तन कदों हुंदा है? कौन करदा है? जिन्हां दे अंदरों बैर विरोध खत्म हो जाता है, जिहड़े हर थां परमेश्वर नूं देखदे ने वो एक कीर्तन करते ने। महाराज समझाउंदे ने 52 अखरी बाणी दे विच कि वासुदेव सर्वत्र मैं, ऊन न कत तू ठाए, अंतर बाहर संग है, नानक आए दुराए। कोई ऐसी जगह ही नहीं जिथे परमेश्वर नहीं है, सब दे विच वसदा है, हर थां ते है, अंदर भी है बाहर भी, सदा संग है। पर किवें हुंदा है? वासुदेव जल थल मैं रविया, वावा वैर न करिए काहू, घट घट अंतर ब्रह्म समाहू। कहंदे किसे नाल वैर ना करिए, घट घट दे विच ब्रह्म समाया है। वासुदेव जल थल मैं रविया, गुर प्रसाद विरले ही गविया। कहंदे जल थल हर थां रविया होया है परमेश्वर,
ਪਰ ਵਿਰਲੇ ਵਿਰਲੇ ਜੀਵਾਂ ਨੇ ਗੁਰ ਦਾ ਗਿਆਨ ਲੈ ਕੇ, ਗੁਰ 'ਤੇ ਵਿਸ਼ਵਾਸ ਕਰਕੇ, ਗੁਰ ਨੂੰ ਕਮਾ ਕੇ ਹੀ ਪ੍ਰਾਪਤ ਕੀਤਾ ਹੈ। ਬੈਰ ਵਿਰੋਧ ਮਿਟੇ ਤੇ ਮਨ ਤੇ, ਹਰ ਹਰ ਕੀਰਤਨ ਗੁਰਮੁਖ ਜੋ ਸੁਣਤੇ। ਇਹ ਵੈਰ ਵਿਰੋਧ ਕਿਹਨਾਂ ਦੇ ਮਨ ਚੋਂ ਖਤਮ ਹੁੰਦਾ ਹੈ? ਜਿਹੜੇ ਹਰੀ ਦਾ ਕੀਰਤਨ ਸੁਣਦੇ ਨੇ। ਕਿਹਨਾਂ ਤੋਂ? ਗੁਰਮੁਖ ਤੋਂ। ਤੇ ਗੁਰਮੁਖ ਕੌਣ ਹੈ? ਵਰਨ ਚਿਹਨ ਸਗਲੇ ਤੇ ਰਹਿਤਾ। ਨਾਨਕ ਹਰ ਹਰ ਗੁਰਮੁਖ ਜੋ ਕਹਿਤਾ। ਜਿਹੜਾ ਜੀਵ ਹਰੀ ਦਾ ਗਿਆਨ ਦਿੰਦਾ ਹੈ, ਹਰੀ ਦੇ ਬਾਰੇ ਕਹਿੰਦਾ ਹੈ, ਉਹ ਆਪ ਪਹਿਲਾਂ ਵਰਨ ਚਿਹਨ ਤੋਂ ਰਹਿਤ ਹੋ ਗਿਆ, ਪ੍ਰਕਾਸ਼ ਰੂਪ ਹੋ ਗਿਆ। ਉਹੀ ਫਿਰ ਹਰੀ ਦੇ ਬਾਰੇ ਸਾਨੂੰ ਕਹਿੰਦਾ ਹੈ। ਫਿਰ ਐਸਾ ਸਥਾਨ ਜਿੱਥੇ ਇਸ ਅਵਸਥਾ ਜਾ ਕੇ ਜੀਵ ਉਸ ਪ੍ਰਭੂ ਦੇ ਬਾਰੇ ਕਹਿੰਦਾ ਹੈ, ਉਹ ਕੀਰਤਨ ਕਰਦਾ ਹੈ, ਜਿਹੜਾ ਆਪਾਂ ਪਹਿਲਾਂ ਵੀ ਵਿਚਾਰਿਆ ਹੈ ਕਿ ਨਿਰਵਾਣ ਪਦ ਉਹ ਸਥਾਨ ਜਿੱਥੇ ਮਾਲਕ ਵਸਦਾ, ਉਸ ਦਾ ਸਾਨੂੰ ਗਿਆਨ ਹੋ ਜਾਵੇ। ਸੋ ਅਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਜਿੱਥੇ ਹਰੀ ਦਾ ਕੀਰਤਨ, ਨਿਤ ਹੀ ਹਰੀ ਦਾ ਕੀਰਤਨ ਕੀਤਾ ਜਾਂਦਾ ਹੈ। ਸਾਧ ਸੰਗਤ ਕੀ ਜਾਵੋ ਟੇਕ। ਜਿਨ ਮਹਾਰਾਜ ਸਮਝਾਉਂਦੇ ਨੇ, ਠਾਕੁਰ ਆਪਣੇ ਜੋ ਜਨ ਪਾਇਆ, ਕੋਟ ਮਦੇ ਕਿਨੇ ਕੀਰਤਨ ਗਾਇਆ। ਜਿਹੜਾ ਉਸ ਪ੍ਰਭੂ ਨੂੰ ਪਾ ਗਿਆ, ਕਰੋੜਾਂ ਦੇ ਵਿੱਚ ਕੋਈ ਹੈ ਜਿਹੜਾ ਕੀਰਤਨ ਕਰਦਾ ਹੈ। ਸਾਧ ਸੰਗਤ ਕੀ ਜਾਵੋ ਟੇਕ, ਕਹੋ ਨਾਨਕ ਤੇ ਕੀਰਤਨ ਇੱਕ। ਕਹਿੰਦੇ ਸਾਧੂ ਜਨਾਂ ਦੀ ਸੰਗਤ ਜਾਓ, ਉੱਥੇ ਹੀ ਕੀਰਤਨ ਹੁੰਦਾ ਹੈ। ਆਓ ਇਹ ਰਹੋ ਪੰਕਤੀਆਂ ਸੀ ਕਿ ਉਹ ਸਥਾਨ ਜਿੱਥੇ ਰੋਜ਼ ਕੀਰਤਨ ਹੁੰਦਾ ਹੈ, ਉਹ ਬਤਾਓ ਸਾਨੂੰ, ਉਸ ਦੇ ਬਾਰੇ ਦੱਸੋ। ਸਮਝਾਉਂਦੇ ਨੇ, ਤੀਰਥ ਜਾਓ ਤਾਂ ਹਾਂ ਹਾਂ ਕਰਤੇ। ਤੀਰਥਾਂ 'ਤੇ ਚਲੇ ਜਾਈਏ, ਉੱਥੇ ਵੀ ਸਾਰੇ ਹਉਮੈ ਦੇ ਵਿੱਚ ਹੀ ਜੀ ਫਿਰਦੇ ਨੇ। ਤੀਰਥਾਂ 'ਤੇ ਵੀ ਜੋ ਰਹਿੰਦੇ ਨੇ, ਉਹ ਵੀ ਕਹਿੰਦੇ ਬਸ ਅਸੀਂ ਹੀ ਚੰਗੇ ਹਾਂ, ਦੂਜਾ ਨਹੀਂ। ਪੰਡਤ ਪੁੱਛੋ ਤਾਂ ਮਾਇਆ ਰਾਤੇ। ਜੇ ਪੰਡਤਾਂ ਨੂੰ ਪੁੱਛੀਏ, ਉਹ ਮਾਇਆ 'ਚ ਹੀ ਰੱਤੇ ਹੋਏ ਨੇ, ਉਹ ਮਾਇਆ ਦੀਆਂ ਗੱਲਾਂ ਕਰਦੇ ਨੇ। ਹਰੀ ਦਾ ਕੀਰਤਨ ਤਾਂ ਕਰ ਹੀ ਨਹੀਂ ਸਕਦੇ, ਨਿਰਵਾਣ ਕੀਰਤਨ ਉਹ ਨਹੀਂ ਕਰ ਸਕਦੇ। ਤੀਰਥਾਂ 'ਤੇ ਜਾਈਏ, ਉੱਥੇ ਵੀ ਹਉਮੈ ਹੈ। ਜੀਵ ਵੀ ਹਉਮੈ ਜਾਂਦਾ, ਅੱਗੇ ਗਿਆਨ ਦੇਣ ਵਾਲਾ ਵੀ ਨਹੀਂ। ਜਦੋਂ ਉੱਥੇ ਰਹਿਣ ਵਾਲਾ, ਉਹ ਵੀ ਹਉਮੈ ਦੇ ਵਿੱਚ ਹੁੰਦਾ ਹੈ। ਸ਼ਾਸਤਰ ਵੇਦ ਪਾਪ ਪੁੰਨ ਵਿਚਾਰ। ਜੇ ਸ਼ਾਸਤਰ ਵੇਦਾਂ ਨੂੰ ਪੜ੍ਹੀਏ, ਉਹ ਵੀ ਪਾਪ ਪੁੰਨ ਦੀਆਂ ਹੀ ਵਿਚਾਰਾਂ ਕਰਦੇ ਨੇ। ਸ਼੍ਰੀਮਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋ, ਤੱਤੈ ਸਾਰ ਨਾ ਜਾਣੀ। ਕਹਿੰਦੇ ਇਹ ਵੀ ਪਾਪ ਪੁੰਨ ਦੀਆਂ ਹੀ ਵਿਚਾਰਾਂ ਕਰਦੇ। ਤੱਤ ਦੀ ਸਾਰੇ ਇੱਥੇ ਵੀ ਨਹੀਂ ਹੈ, ਵੇਦਾਂ ਸ਼ਾਸਤਰਾਂ ਦੇ ਵਿੱਚ ਵੀ ਨਹੀਂ ਹੈ। ਤੇਹੀ ਗੁਣੀ ਸੰਸਾਰ ਪਰਮ ਸੁੱਤਾ, ਸੁੱਤਿਆ ਰਹਿਣ ਬਿਹਾਨੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਜਿਨ੍ਹਾਂ ਦੇ ਮਨ ਦੇ ਵਿੱਚ ਹਰੀ ਵਸਿਆ ਹੈ, ਉਹ ਅੰਮ੍ਰਿਤ ਬਾਣੀ ਬੋਲਦੇ ਨੇ। ਫਿਰ ਉਹ ਗੁਰ ਲੈ ਕੇ ਹੀ ਸਾਡਾ ਮਨ ਜਾਗਦਾ ਹੈ। ਕਹਿ ਨਾਨਕ ਸੋ ਤਤ ਪਾਏ, ਜਿਸ ਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਬਿਹਾਨੀ। ਉਹ ਤੱਤ ਨੂੰ ਪ੍ਰਾਪਤ ਕਰਦਾ, ਅਨ ਦਿਨ ਜਿਹਦੀ ਲਿਵ ਜੁੜਦੀ ਹੈ ਮਾਲਕ ਦੇ ਨਾਲ। ਜਿਹੜਾ ਫਿਰ ਪਰਮ ਦੇ ਵਿੱਚ ਸੌਂਦਾ ਨਹੀਂ, ਜਾਗਦਾ ਹੈ, ਉਹ ਤੱਤ ਨੂੰ ਪ੍ਰਾਪਤ ਕਰਦਾ ਹੈ। ਇਸ ਕਰਕੇ ਸਮਝਾਉਂਦੇ ਨੇ ਕਿ ਸ਼ਾਸਤਰ ਵੇਦ ਵੀ ਸਿਰਫ ਪੁੰਨ ਤੇ ਪਾਪ ਦੀ ਵਿਚਾਰ ਕਰਦੇ ਨੇ। ਪਾਪ ਪੁੰਨ ਦੇ ਵਿੱਚ ਫਸੇ ਰਵਾਂਗੇ, ਨਰਕ ਸੁਰਗ ਫਿਰ ਅਵਤਾਰ। ਪਾਪ ਕਰਾਂਗੇ, ਨਰਕ ਨੂੰ ਚਲੇ ਜਾਵਾਂਗੇ, ਪੁੰਨ ਕਰਾਂਗੇ, ਸੁਰਗ ਨੂੰ ਚਲੇ ਜਾਵਾਂਗੇ। ਲੇਕਿਨ ਮੁਕਤ ਨਹੀਂ ਹੋ ਸਕਦੇ ਸੁਰਗ ਤੋਂ ਫਿਰ ਨਰਕ ਨੂੰ, ਨਰਕ ਤੋਂ ਫਿਰ ਸੁਰਗ ਨੂੰ। ਇਸ ਕਰਕੇ ਨਾਮ ਤੋਂ ਬਿਨਾਂ ਅਸੀਂ ਮੁਕਤ ਨਹੀਂ ਹੋ ਸਕਦੇ। ਕਲਯੁਗ ਦੇ ਵਿੱਚ ਕਿਹੜਾ ਪੁੰਨ ਹੈ? ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲਯੁਗ ਦੇ ਵਿੱਚ ਕਿਹੜਾ ਦਾਨ ਕਰਨਾ ਹੈ? ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾਨ। ਕਲਯੁਗ ਦੇ ਵਿੱਚ ਕਿਸ ਤੀਰਥ ਜਾਣਾ ਹੈ? ਤੀਰਥ ਨਾ ਬਣ ਜਾਓ, ਤੀਰਥ ਨਾਮ ਹੈ।
ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸੋ ਇਸ ਕਰਕੇ ਸਮਝਾਉਂਦੇ ਨੇ ਜਦ ਤੱਕ ਪੁੰਨ ਪਾਪ ਦੇ ਵਿੱਚ ਜੀਵ ਵਿਚਾਰਾਂ 'ਚ ਪਿਆ ਹੈ, ਨਰਕ ਸੁਰਗ ਦੇ ਵਿੱਚ ਜਾਂਦਾ ਹੈ। ਕੋਈ ਨਰਕ ਨੂੰ ਚਲੇ ਗਿਆ, ਪਾਪੀ ਨਰਕ ਨੂੰ ਚਲੇ ਗਿਆ, ਪੁੰਨੀ ਸੁਰਗ ਨੂੰ, ਫਿਰ ਉੱਥੇ ਫਸਿਆ ਰਹਿੰਦਾ ਹੈ। ਗ੍ਰਸਤ ਮੈਂ ਚਿੰਤ ਉਦਾਸ ਅਹੰਕਾਰ। ਕੋਈ ਗ੍ਰਸਤ ਦੇ ਵਿੱਚ ਹੈ, ਉਹ ਚਿੰਤਾ ਦੇ ਵਿੱਚ ਹੈ। ਕੋਈ ਗ੍ਰਸਤ ਨਹੀਂ ਕਰਦਾ, ਉਹ ਹੰਕਾਰ ਦੇ ਵਿੱਚ ਹੈ। ਉਦਾਸੀ ਵਾਲਾ ਹੈ, ਉਹ ਵੀ ਹੰਕਾਰੀ ਹੈ। ਕਰਮ ਕਰਤ ਜੀ ਕੋ ਜੰਜਾਰ। ਕੋਈ ਜੀਵ ਕਰਮ ਦੇ ਵਿੱਚ ਫਸਿਆ ਹੈ, ਉਹ ਵੀ ਜੰਜਾਲ ਦੇ ਵਿੱਚ ਫਸਿਆ ਹੈ, ਕਿਉਂਕਿ ਗਿਆਨ ਨਹੀਂ ਲਿਆ ਕਿ ਕਰਮ ਕਰਦੇ ਗ੍ਰਸਤ ਦੇ ਵਿੱਚ ਰਹਿ ਕੇ, ਜਿਵੇਂ ਆਪਾਂ ਪਹਿਲਾਂ ਵਿਚਾਰ ਕੇ ਆਏ ਹਾਂ ਕਿ ਕਿਵੇਂ ਆਪਾਂ ਉਸ ਪਰਮੇਸ਼ਰ ਦੇ ਨਾਲ ਜੁੜਨਾ ਹੈ, ਵਿੱਚੇ ਰਹਿ ਕੇ ਗੁਰਮੁਖ ਮਾਇਆ ਵਿੱਚ ਉਦਾਸੀ। ਕਿਵੇਂ ਆਪਾਂ ਪਰਮੇਸ਼ਰ ਦੇ ਨਾਲ ਜੁੜਨਾ ਹੈ, ਸਾਰੇ ਕਾਸ ਦੇ ਵਿੱਚ ਹੀ ਰਹਿ ਕੇ, ਪਰਿਵਾਰ ਦੇ ਵਿੱਚ, ਕੰਮਾਂ ਧੰਦਿਆਂ ਦੇ ਵਿੱਚ ਰਹਿ ਕੇ ਹੀ ਕਿਵੇਂ ਜੁੜਨਾ ਹੈ। ਜਦ ਤੱਕ ਨਹੀਂ ਗਿਆਨ ਲੈਂਦੇ, ਜੰਜਾਲ ਹੈ ਇਹ ਕਰਮ। ਫਿਰ ਇਹ ਕਰਮ ਸਾਡੇ ਵਾਸਤੇ ਅੰਮ੍ਰਿਤ ਬਣ ਜਾਂਦਾ ਹੈ। ਨਾਨਕ ਗੁਰਮੁਖ ਤਰੀ ਤਿਨ ਮਾਇਆ। ਪ੍ਰਭ ਕਿਰਪਾ ਤੇ ਮਨ ਵਸ ਆਇਆ। ਪ੍ਰਭੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦਾ ਮਨ ਵਸ ਵਿੱਚ ਆ ਜਾਂਦਾ ਹੈ। ਨਾਨਕ ਗੁਰਮੁਖ ਤਰੀ ਤਿਨ ਮਾਇਆ। ਐਸੇ ਗੁਰਮੁਖ ਫਿਰ ਇਸ ਮਾਇਆ ਨੂੰ ਤਰ ਜਾਂਦੇ ਨੇ, ਤ੍ਰੈ ਗੁਣਾ ਤੋਂ ਨਿਰਲੇਪ ਹੋ ਜਾਂਦੇ ਨੇ। ਫਿਰ ਪ੍ਰਭੂ ਦਾ ਕੀਰਤਨ ਹੁੰਦਾ ਹੈ। ਸਾਧ ਸੰਗ ਹਰ ਕੀਰਤਨ ਗਾਈਐ। ਕਹਿੰਦੇ ਸਾਧੂ ਜਨਾਂ ਦੀ ਸੰਗਤ ਦੇ ਵਿੱਚ ਫਿਰ ਇਹ ਹਰੀ ਦਾ ਕੀਰਤਨ ਗਾਇਆ ਜਾਂਦਾ ਹੈ। ਇਹ ਅਸਥਾਨ ਗੁਰੂ ਤੇ ਪਾਈਏ। ਇਹ ਅਸਥਾਨ ਕਿਸ ਤੋਂ ਪ੍ਰਾਪਤ ਹੁੰਦਾ ਹੈ? ਗੁਰੂ ਤੋਂ। ਗੁਰੂ ਕੌਣ ਹੈ? ਪਰਮੇਸ਼ਰ। ਆਦਿ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਉਹ ਕਿੱਥੇ ਵਸਦਾ ਹੈ? ਸਾਧੂ ਜਨਾਂ ਦੇ ਹਿਰਦੇ ਦੇ ਵਿੱਚ। ਕਿੱਥੇ ਬੋਲਦਾ ਹੈ? ਸਾਧੂ ਜਨਾਂ ਦੀ ਰਸਨਾ ਤੋਂ, ਸੰਗਤ ਦੇ ਵਿੱਚ ਆਪ ਪ੍ਰਗਟ ਹੁੰਦਾ ਹੈ। ਇਹ ਸਵਾਲ ਸੀ ਜਿਹੜਾ ਪਹਿਲਾਂ ਆਪਾਂ ਵਿਚਾਰਿਆ ਸੀ ਰਹੋ ਪੰਕਤੀਆਂ ਦੇ ਵਿੱਚ। ਸੋ ਅਸਥਾਨ ਬਤਾਵੋ ਮੀਤਾ, ਜਾ ਕੇ ਹਰ ਹਰ ਕੀਰਤਨ ਨੀਤਾ। ਇਸ ਦਾ ਫਿਰ ਅਸਲੀ ਉੱਤਰ ਜਿਹੜਾ ਹੈ ਇਹ ਦੁਆਰਾ ਰਹੋ ਪੰਕਤੀ ਹੈ। ਰਹੋ ਦੂਜੇ ਦੇ ਵਿੱਚ ਸਾਨੂੰ ਦੱਸ ਦਿੱਤਾ, ਸਾਧ ਸੰਗ ਹਰ ਕੀਰਤਨ ਗਾਈਐ, ਇਹ ਅਸਥਾਨ ਗੁਰੂ ਤੇ ਪਾਈਏ। ਸੋ ਆਓ ਗੁਰਮੁਖ ਪਿਆਰਿਓ, ਹੁਣ ਆਪਾਂ ਅਭਿਆਸ ਕਰੀਏ ਕਿਵੇਂ ਆਪਾਂ ਨਿਰਵਾਣ ਪਦ ਦੇ ਵਿੱਚ ਕਿਸ ਨੇ ਜਾਣਾ ਹੈ? ਧਿਆਨ ਨੇ। ਕਿਵੇਂ ਧਿਆਨ ਨਿਰਵਾਣ ਪਦ 'ਚ ਜੁੜਿਆ ਰਹੇ। ਸੰਸਾਰ 'ਚ ਵੀ ਵਿਚਰੀਏ, ਪਰਿਵਾਰ ਵਿੱਚ ਵੀ ਰਹੀਏ, ਗ੍ਰਸਤ ਵਿੱਚ ਵੀ ਰਹੀਏ, ਕਰਮ ਵੀ ਕਰੀਏ, ਸਭ ਕੁਛ ਕਰਦੇ ਕਿਵੇਂ ਆਪਾਂ ਜਿਵੇਂ ਕਮਲ ਦਾ ਫੁੱਲ ਜਲ ਦੇ ਵਿੱਚ ਨਿਰਲੇਪ ਰਹਿੰਦਾ ਹੈ, ਚਿੱਕੜ ਦੇ ਵਿੱਚ ਰਹਿ ਕੇ ਹੀ ਨਿਰਲੇਪ ਰਹਿੰਦਾ ਹੈ, ਕਿਵੇਂ ਸਾਡਾ ਮਨ ਨਿਰਲੇਪ ਰਹਿ ਸਕਦਾ ਹੈ। ਉਹ ਅਭਿਆਸ ਹੀ ਆਪਾਂ ਕਰਨਾ ਹੈ। ਜਿਹੜਾ ਆਲੇ ਦੁਆਲੇ ਸਾਰਾ ਸੰਸਾਰ ਹੈ, ਜਿੰਨੀ ਦੇਰ ਅੰਮ੍ਰਿਤ ਨਹੀਂ ਪ੍ਰਾਪਤ ਹੋਇਆ, ਅਸੀਂ ਜਾਣਿਆ ਨਹੀਂ ਪਰਮੇਸ਼ਰ ਨੂੰ। ਇਹ ਵਿਖ ਹੈ, ਵਿਖ ਦੇ ਖੂਹ ਨੇ। ਅਤੇ ਜਦੋਂ ਉਸ ਨੂੰ ਜਾਣ ਲਿਆ, ਫਿਰ ਇਹ ਸਾਰਾ ਅੰਮ੍ਰਿਤ ਹੈ। ਜਦੋਂ ਬੁੱਝ ਲਿਆ, ਵਿਖ ਅੰਮ੍ਰਿਤ ਇੱਕ ਹੈ, ਬੁੱਝਿਆ ਪੁਰਖ ਸੁਜਾਨ। ਸੋ ਇਹਨਾਂ ਤੋਂ ਬਚਣ ਲਈ ਕਿਵੇਂ ਕਰਨਾ ਹੈ? ਆਪਾਂ ਨੇ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਸਮ ਕਰਕੇ ਅੰਦਰ ਜਾਣਾ ਜਿੱਥੇ ਅੰਮ੍ਰਿਤ ਹੈ। ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ, ਇੱਥੇ ਇੱਕ ਪੁਆਇੰਟ 'ਤੇ ਆਉਣਾ, ਕਿਉਂਕਿ ਉਸ ਭੀੜੇ ਰਸਤੇ 'ਚ ਲੰਘਣਾ। ਉਹ ਰਸਤਾ ਜਿਹੜਾ ਬਹੁਤ ਜ਼ਿਆਦਾ ਤੰਗ ਹੈ, ਜਿਹੜਾ ਸੁੰਕੜਿਆ ਪਿਆ ਹੈ ਰਾਈ ਦੇ 10ਵੇਂ ਹਿੱਸੇ ਜਿੰਨਾ, ਉਹ ਰਸਤੇ 'ਚ ਹੀ ਸਾਡੇ ਮਨ ਨੇ ਲੰਘਣਾ ਹੈ। ਨਾਨਕ ਮੁਕਤ ਦੁਆਰਾ ਅਤ ਨੀਕਾ, ਨਾਨਾ ਹੋਏ ਸੋ ਜਾਏ। ਮਨ ਤੋਂ ਮੈਗਲ ਹੋਏ ਰਿਹਾ, ਨਿਕਸਿਆ ਕਿਉਂ ਕਰ ਜਾਏ। ਹਉਮੈ ਮਨ ਸਥੂਲ ਹੈ, ਕਿਉਂ ਕਰ ਨਿਕਸਿਆ ਜਾਏ। ਜਿਹੜਾ ਤੀਜੇ ਪਾਤਸ਼ਾਹੀ ਦਾ ਸ਼ਬਦ ਹੈ, ਨਾਨਕ ਮੁਕਤ ਦੁਆਰਾ ਅਤ ਨੀਕਾ, ਨਾਨਾ ਹੋਏ ਸੋ ਜਾਏ। ਹਉਮੈ ਮਨ ਅਸਥੂਲ ਹੈ, ਨਿਕਸਿਆ ਕਿਉਂ ਕਰ ਜਾਏ। ਅਤੇ ਇੱਦਾਂ ਹੀ ਬਾਬਾ ਕਬੀਰ ਜੀ ਦਾ ਸ਼ਬਦ ਹੈ, ਕਬੀਰ ਮੁਕਤ ਦੁਆਰਾ ਸੌਂਕੜਾ ਰਾਈ 10ਵੇਂ ਪਾਏ। ਮਨ ਤੋਂ ਮੈਗਲ ਹੋਏ ਰਿਹਾ,
क्यों कर निकसिया जाए। सो इस रास्ते 'ਚ ਆਪਾਂ ਲੰਘਣਾ है, अंदर जाना है जिथे बिख अमृत का खूह है। बाहर बिख है, अंदर अमृत है। दोनों नेत्रां नूं इस पॉइंट ते सम करना है। ये देखना है जब तक एक नहीं हुंदे आपां अमृत नहीं पी सकते। जब तक साडा मन एक जोत नहीं हुंदा, दो तो एक नहीं हुंदा, आपां नूं अमृत प्राप्त नहीं हुंदा। सो इस करके आपां पहला ये देखना है भी असीं एक दृष्ट हाँ कि दो हाँ। जदों इस पॉइंट ते आपां दृष्टि फोकस करते हाँ, जेकर नक नज़र आउंदा है, फिर दो दृष्टि दे विच हाँ सानूं अमृत नहीं प्राप्त हो सकता। जेकर नक नहीं दिसदा, एक दृष्ट हाँ, फिर जाके सानूं अमृत प्राप्त हुंदा। क्योंकि अमृत किस नूं जदों मन देवता बनता है, पहला गुर ने उसनूं देवता बनाउणा है मनुख तो। देखना है जे तां इत्थे देखण दे नाल नक नज़र आउंदा, फिर दो दृष्टि है। जे नक नज़र नहीं आउंदा, फिर असीं एक दृष्ट हाँ। जे नक नज़र आउंदा, फिर आपां इह देखना भी किस पासे तो आउंदा, सज्जे आउंदा, खब्बे जां दोनों पासे तो। सज्जे तमोगुण है, इधर भी खूह है, खब्बे रजोगुण है ते विचाले सतोगुण है। ये तीन ही विख दे खूह ने। ते फिर आपां अंदर जाना है, अंदर अमृत है। किवें जाना है, इस पॉइंट तो फिर मैं आप जी नूं आवाज़ देवांगा कि ध्यान सामने लैके आओ। आपां सामने देखना है। फिर आवाज़ देवांगा कि ध्यान मस्तक दे सामने लै जाओ। फिर पलकां उत्ते चुकदे, फिर कहांगा सामने, फिर वापस सामने। फिर जदों कहांगा सम करके देखो, फिर इस पॉइंट ते दृष्टि फोकस करके देखना है, अपने प्रकाश रूप नूं देखना है। जेकर कोई नवां जीव जे नक दिसदा है, पहला पूरे विश्वास नाल ये ध्यान लगाउणा है, फिर वापस आके देखना है। नक दिसणों हट गया तो असीं एक दृष्ट हो गए। उस तो बाद फिर असीं अमृत दे दर्शन कर सकते हाँ, फिर अमृत नूं प्राप्त कर सकते हाँ। फिर आपां सब तो पहला नीचे ध्यान लगाउणा है। जिवें खूह चों पानी कढदे, इदां ही आपां गुर दे ज्ञान द्वारा खूह चों अमृत कढना है। नीचे ध्यान लगाउणा, फिर सम, फिर नीचे, इदां पहला अभ्यास है। आओ नेत्र सम करके अपने आप नूं देखिए कि असीं एक दृष्ट हाँ कि दो दृष्ट हाँ। जे दो दृष्टि विच हाँ, फिर ध्यान किस पासे सज्जे है, खब्बे जां विचाले। आओ देखो, सामने लैके आओ ध्यान, सामने देखो जी। मस्तक दे सामने लै जो, पलकां उत्ते चुक दो। फिर सामने लैके आइए। फिर सम करके देखिए, दृष्टि नूं सम करके नक ते फोकस करके देखना है।
ਜੇਕਰ ਕੋਈ ਨਵਾਂ ਜੀਵ, ਜੇ ਨੱਕ ਦਿਸਦਾ ਸੀ ਪਹਿਲਾਂ, ਹੁਣ ਦੇਖਣਾ ਹੈ ਕਿ ਹੁਣ ਦਿਸ ਨੂੰ ਹਟ ਗਿਆ, ਇੱਕ ਦ੍ਰਿਸ਼ਟ ਹੋ ਗਿਆ। ਨੀਚੇ ਲੈ ਜੋ ਧਿਆਨ, ਨੀਚੇ ਆਪਾਂ ਜੋ ਵੀ ਜਿੱਥੇ ਬੈਠੇ ਥੱਲੇ ਵਿਛਿਆ ਕੱਪੜਾ ਵਗੈਰਾ, ਉਸ ਤੋਂ ਥੋੜ੍ਹਾ ਉੱਪਰ ਦੇਖਣਾ ਹੈ, ਰਿਲੈਕਸ ਦੇਖਣਾ ਹੈ, ਜ਼ੋਰ ਨਹੀਂ ਲਗਾਉਣਾ। ਜਦੋਂ ਨੀਚੇ ਲਿਜਾਣਾ, ਇਸ ਪੁਆਇੰਟ ਨੂੰ ਆਪਾਂ ਛੱਡ ਦੇਣਾ ਹੈ। ਇਹਦੇ ਵੱਲ ਨਹੀਂ ਦੇਖਣਾ, ਬਿਲਕੁਲ ਰਿਲੈਕਸ ਥੱਲੇ ਦੇਖਣਾ ਹੈ। ਥੋੜ੍ਹਾ ਦੂਰ ਲੈ ਜਾਓ ਚਾਹੇ ਧਿਆਨ। ਇੱਥੇ ਸਾਨੂੰ ਪ੍ਰਕਾਸ਼ ਅਨੁਭਵ ਹੋਣਾ ਸ਼ੁਰੂ ਹੋ ਜਾਏਗਾ। ਜਿਵੇਂ ਜਲ ਦੀਆਂ ਤਰੰਗਾਂ ਹੁੰਦੀਆਂ ਸਰੋਵਰ 'ਚ, ਇੱਦਾਂ ਇੱਥੇ ਸਾਨੂੰ ਪ੍ਰਕਾਸ਼ ਦੀ ਹਲਚਲ ਅਨੁਭਵ ਹੋਏਗੀ। ਬਿਲਕੁਲ ਜਲ ਦੀ ਤਰ੍ਹਾਂ ਹੀ ਹੋਏਗਾ। ਸਮ ਕਰਕੇ ਦੇਖੇ ਫਿਰ ਆਪਣੇ ਆਪ ਨੂੰ।
फिर नीचे लै जाओ ध्यान। फिर सम करके देखिए अपने आप को। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके दे नाल आपां ध्यावांगे, बार बार अभ्यास करांगे, सम करांगे, फिर नीचे, फिर सम करांगे, फिर वो पद प्राप्त हो जाता है जिसनों निर्वाण पद, प्रकाश, प्रकाश दे दर्शन होणगे। क्योंकि प्रकाश चौथा पद है, निर्वाण पद है। त्रै गुण अस्थूल है। त्रै गुणा तक अस्थूल नाल जुड़ा रवांगे, त्रै गुणा तक जुड़े रवांगे। इस दियां गल्लां करांगे, त्रै गुणा दियां गल्लां करांगे, विचारां करांगे त्रै गुणा दियां। प्रकाश दे दर्शन करांगे, प्रकाश नूं ध्यावांगे, प्रकाश दी विचार करांगे, जो कि सिर्फ जुगती है, गुर है। फिर चौथे पद दे विच निर्वाण पद दे विच वासा होएगा। सो आओ इन्नी कुछ विचार करते हाँ। बहुत सारिया भुलां हो जांदियां हन। आप संगत सतगुरु जी बख्शन योग हो, बख्श लेना जी। वाहिगुरु जी का खालसा, वाहिगुरु जी की फतेह।